ਵਾਹਿਗੁਰੂ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦੇ ਵੀ ਲੱਖਣ ਮਹਾਰਾਜ ਜੀ ਨੇ ਗੁਰੂ ਰੂਪ ਵਿੱਚ ਕਰਕੇ ਕਥਨ ਕੀਤੇ ਹੈ ਤੇ ਪੂਰੇ ਗੁਰੂ ਜੀ ਦੇ ਵੀ ਲੱਖਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਦੀਪਕ ਤਿਹ ਲੋਏ। ਫਿਰ ਗੁਰੂ ਸਾਹਿਬ ਜੀ ਗਿਆਨ ਦਾ ਦੀਪਕ ਹਨ। ਮਹਾਰਾਜ ਕਹਿੰਦੇ ਭਾਈ ਤਿੰਨਾਂ ਲੋਕਾਂ ਨੂੰ ਹੀ ਲੋਏ ਪ੍ਰਕਾਸ਼ਣ ਵਾਲੇ ਐ ਸੱਚੇ ਪਾਤਸ਼ਾਹ ਜੀ ਮਹਾਰਾਜ। ਐਸੇ ਗਿਆਨ ਦੇ ਪ੍ਰਕਾਸ਼ਕ ਹਨ ਕਿ ਜਾਗਰਤ, ਸੁਪਨ ਤੇ ਸੁਖੋਪਤ ਤਿਹੋ ਲੋਏ। ਇਹਨਾਂ ਤਿੰਨਾਂ ਅਵਸਥਾ ਨੂੰ ਹੀ ਮਹਾਰਾਜ ਕਹਿੰਦੇ ਭਾਈ ਪ੍ਰਕਾਸ਼ਣ ਵਾਲੇ ਐ ਸੱਚੇ ਪਾਤਸ਼ਾਹ ਜੀ। ਗੁਰੂ ਸਾਹਿਬ ਜੀ ਗਿਆਨ ਦਾ ਦੀਪਕ ਹਨ, ਪ੍ਰਕਾਸ਼ ਹਨ। ਇਹੋ ਜਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਜੀ ਲੋਏ ਪ੍ਰਕਾਸ਼ ਕਰਦੇ ਐ ਕਿ ਜੀਆਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਨਾਸ਼ ਕਰ ਦਿੰਦੇ ਐ। ਇਸੇ ਕਰਕੇ ਮਹਾਰਾਜ ਜੀ ਨੇ ਜਿੱਥੇ ਕਿਹਾ ਨਾ ਕਿ ਭਾਈ ਸੂਰਜ ਚੜ੍ਹਦਾ ਹੈ, ਚੰਦਰਮਾ ਹੈ, ਪਰ ਇਹ ਸਾਧ ਸੰਗਤ ਜੀ ਇੰਨੀ ਰੋਸ਼ਨੀ ਦੇ ਹੁੰਦਿਆਂ ਹੋਇਆਂ ਵੀ ਘੋਰ ਅੰਧੇਰਾ ਹੀ ਹੈ ਜੇ ਗੁਰੂ ਸਾਹਿਬ ਜੀ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਇਸ ਕਰਕੇ ਕਿਹਾ ਹੈ ਕਿ ਗੁਰ ਦੀਪਕ ਤਿਹੋ ਲੋਏ। ਗੁਰੂ ਸਾਹਿਬ ਜੀ ਗਿਆਨ ਦਾ ਦੀਪਕ ਹਨ ਤੇ ਤਿੰਨਾਂ ਹੀ ਲੋਕਾਂ ਨੂੰ ਮਹਾਰਾਜ ਕਹਿੰਦੇ ਭਾਈ ਮਾਤ ਲੋਕ, ਆਕਾਸ਼ ਲੋਕ ਤੇ ਪਤਾਲ ਲੋਕ, ਇਹਨਾਂ ਨੂੰ ਪ੍ਰਕਾਸ਼ਣ ਵਾਲੇ ਹਨ। ਅਮਰ ਪਦਾਰਥ ਨਾਨਕਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਅਮਰਾ ਪਦਵੀ ਦੇ ਦੇਣ ਵਾਲੇ ਐ। ਤੇ ਸਾਧ ਸੰਗਤ ਜੀ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ ਇਹਦੇ ਦਾਤੇ ਹਨ, ਸਤਿਗੁਰੂ ਜੀ ਦੇਣ ਵਾਲੇ ਹਨ। ਅਮਰ ਪਦਾਰਥ ਨਾਨਕਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਮਰਾ ਪਦਵੀ ਦੇਣ ਵਾਲਾ ਪਦਾਰਥ ਕਿਹੜਾ ਸਾਧ ਸੰਗਤ ਜੀ? ਉਹ ਹੈ ਅੰਮ੍ਰਿਤ। ਅੰਮ੍ਰਿਤ ਦੇ ਦਾਤੇ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ। ਮੌਤ ਤੋਂ ਰਹਿਤ ਕਰ ਦੇਣ ਵਾਲੇ ਹੈ। ਜਿਹੜੀ ਇਹ ਜੀਵ ਹਨ, ਇਹ ਸ੍ਰਿਸ਼ਟੀ ਹੈ, ਇਹ ਸਾਧ ਸੰਗਤ ਜੀ ਸਾਰੀ ਮਰਨ ਵਿੱਚ ਆਉਂਦੀ ਹੈ। ਸਾਰੇ ਜੀਵ ਜਿਹੜੇ ਹੈ ਉਹ ਜਨਮ ਲੈਂਦੇ ਆ ਤੇ ਮਰ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਐਸੇ ਨਹੀਂ ਹੈ। ਗੁਰੂ ਸਾਹਿਬ ਤਾਂ ਅਵਿਨਾਸ਼ੀ ਹਨ, ਅਮਰ ਹਨ, ਅਟਲ ਹਨ। ਤੇ ਜਿਹੜਾ ਕੋਈ ਸਿੱਖ ਭਾਵਨਾ ਨਾਲ ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰਦਾ ਹੈ, ਹਜ਼ੂਰ ਦਾ ਉਪਦੇਸ਼ ਕਮਾਉਂਦਾ ਹੈ ਨਾ, ਤੇ ਉਹਨੂੰ ਵੀ ਮਹਾਰਾਜ ਅਮਰਾ ਪਦਵੀ ਦੇ ਦਿੰਦੇ ਹੈ। ਅਮਰ ਪਦਾਰਥ, ਅੰਮ੍ਰਿਤ ਜਿਹੜਾ ਹੈ ਨਾ ਮ੍ਰਿਤਿਉ ਤੋਂ ਰਹਿਤ ਕਰ ਦੇਣ ਵਾਲਾ, ਇਹ ਅੰਮ੍ਰਿਤ ਦਾ ਪਦਾਰਥ ਇਹਦੇ ਦਾਤੇ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਦੇਣ ਵਾਲੇ ਗੁਰੂ ਸਾਹਿਬ ਜੀ। ਮਨ ਮਾਨਿਆ ਸੁਖ ਹੋਏ। ਜਦੋਂ ਮਨ ਮੰਨ ਜਾਵੇ ਨਾ ਗੁਰੂ ਸਾਹਿਬ ਦੇ ਉਪਦੇਸ਼ ਵਿੱਚ, ਫਿਰ ਮਹਾਰਾਜ ਕਹਿੰਦੇ ਭਾਈ ਆਤਮਿਕ ਸੁੱਖ ਉਸ ਨੂੰ ਹੋ ਜਾਂਦਾ ਹੈ। ਬ੍ਰਹਮਾ ਆਨੰਦ ਦਾ ਸੁੱਖ ਸਤਿਗੁਰੂ ਜੀ ਕਹਿੰਦੇ ਭਾਈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹਦਾ ਮਨ ਗੁਰੂ ਸਾਹਿਬ ਜੀ ਦੇ ਵਿੱਚ ਮੰਨ ਜਾਵੇ, ਗੁਰੂ ਜੀ ਦੇ ਉਪਦੇਸ਼ ਵਿੱਚ ਲੱਗ ਜਾਵੇ। ਮਹਲਾ ਪਹਿਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ ਆ ਸਿੱਖ ਕਿ ਮਹਾਰਾਜ ਫਿਰ ਇਹ ਜਿਹੜੇ ਮਹਾਰਾਜ ਜੀਵ ਹੈ ਪੂਰੇ ਗੁਰੂ ਜੀ ਤੋਂ ਅੰਮ੍ਰਿਤ ਕਿਉਂ ਨਹੀਂ ਪ੍ਰਾਪਤ ਕਰਦੇ? ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਿਰ ਗਰੀਬ ਨਵਾਜ ਕਹਿੰਦੇ ਆ ਕਿ ਸਿੱਖੋ ਮੋਹ ਕਰਕੇ ਨਾ ਇਹ ਜੀਵ ਮਾਰਿਆ ਰਹਿੰਦਾ ਹੈ, ਮੋਹ ਦੀ ਜਕੜ ਤੋਂ ਨਹੀਂ ਛੁੱਟਦਾ। ਮਹਾਰਾਜ ਮੋਹ ਕੈਸਾ ਹੈ ਆਪ ਕਿਰਪਾ ਕਰਕੇ ਦੱਸੋ। ਤੇ ਹਜੂਰ ਇੱਥੇ ਫਿਰ ਮੋਹ ਦੀਆਂ ਇਹ ਜਿਹੜੀਆਂ ਸਾਧ ਸੰਗਤ ਜੀ 10 ਅਵਸਥਾ ਹਨ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ। ਪਹਿਲਾ ਪਿਆਰ ਲੱਗਾ ਥਣ ਦੁੱਧ। ਮਹਾਰਾਜ ਕਹਿੰਦੇ ਭਾਈ ਪਹਿਲਾ ਮੋਹ ਹੈ ਨਾ ਜਿਹੜਾ, ਉਹ ਪਹਿਲਾ ਪਿਆਰ ਲੱਗਾ ਥਣ ਦੁੱਧ। ਮਾਤਾ ਦੇ ਥਣ ਅਸਥਨ ਦੇ ਨਾਲ ਨਾ ਉਹਦਾ ਮੋਹ ਲੱਗ ਜਾਂਦਾ ਹੈ, ਕਿਉਂਕਿ ਉਥੋਂ ਦੁੱਧ ਪੀਂਦਾ ਹੈ। ਥਣ ਕਾਢੇ ਬਿਲਲ ਬਲੀਦੇ, ਉੱਥੇ ਭਾਵੇਂ ਮਹਾਰਾਜ ਜੀ ਨੇ ਬਸੰਤ ਰਾਗ ਦੇ ਅੰਦਰ ਜਿਹੜੇ ਰੱਬ ਦੇ ਪਿਆਰੇ ਨਾਮ ਦੇ ਰਸੀਏ, ਜਦੋਂ ਨਾਮ ਦਾ ਜਿਹੜਾ ਜਪਣਾ ਵਿਸਰਦਾ ਹੈ ਤੇ ਉਹ ਇਵੇਂ ਮਹਾਰਾਜ ਕਹਿੰਦੇ ਭਾਈ ਵਿਰਲਾਪ ਕਰਦੇ ਆ ਜਿਵੇਂ ਬੱਚੇ ਦੇ ਮੁਖ ਤੋਂ ਦੁੱਧ ਪੀਂਦਿਆਂ ਮਾਤਾ ਦਾ ਅਸਥਨ ਨਿਕਲ ਜਾਵੇ ਤੇ ਉਸ ਵੇਲੇ ਉਹ ਰੋਣ ਲੱਗ ਜਾਂਦਾ ਹੈ ਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਰੱਬ ਦੇ ਪਿਆਰੇ ਤਾਂ ਨਾਮ ਵਿੱਚ ਪਿਆਰ ਕਰਦੇ, ਉੱਥੇ ਤਾਂ ਮਹਾਰਾਜ ਇਉਂ ਪ੍ਰੀਤ ਦੀ ਅਵਸਥਾ ਦਿਖਾਉਂਦੇ ਆ। ਪਰ ਇੱਥੇ ਮਹਾਰਾਜ ਮੋਹ ਦੀ ਅਵਸਥਾ ਦਿਖਾ ਰਹੇ ਆ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਜਨਮ ਹੁੰਦਿਆਂ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹੋ ਜਿਹਾ ਮਾਇਆ ਦਾ ਹੁਕਮ ਵਰਤਦਾ ਹੈ ਕਿ ਪਹਿਲਾ ਪਿਆਰ ਲੱਗਾ ਥਣ ਦੁੱਧ। ਮਾਤਾ ਦੇ ਅਸਥਨ ਤੋਂ ਦੁੱਧ ਪੀਣ ਦਾ ਮਹਾਰਾਜ ਕਹਿੰਦੇ ਭਾਈ ਪਿਆਰ ਲੱਗ ਜਾਂਦਾ ਹੈ। ਜਰਾ ਮੂੰਹ ਚੋਂ ਅਸਥਨ ਨਿਕਲ ਜਾਵੇ, ਉਸੇ ਵੇਲੇ ਬਿਰਲਾਪ ਕਰਨ ਲੱਗ ਪੈਂਦਾ ਹੈ।
ਪਿਆਰ ਹੈ ਬਸ ਮਾਤਾ ਦੇ ਅਸਥਨ ਤੋਂ ਦੁੱਧ ਚੁੰਗਣ ਦਾ। ਦੂਜੈ ਮਾਏ ਬਾਪ ਕੇ ਸੁਧ। ਪਹਿਲੀ ਤਾਂ ਮਹਾਰਾਜ ਦੱਸੀ ਹੈ ਕਿ ਭਾਈ ਉਹ ਮਾਤਾ ਦੇ ਅਸਥਨ ਤੋਂ ਦੁੱਧ ਪੀਣ ਦਾ ਪਿਆਰ ਲੱਗਾ ਰਹਿੰਦਾ ਹੈ, ਤੇ ਦੂਜੀ ਉਹਨੂੰ ਸੋਝੀ ਆਉਂਦੀ। ਫਿਰ ਦੂਜਾ ਮਾਏ ਬਾਪ ਕੀ ਸੁਧ, ਇਹ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ, ਇਹ ਉਹਨੂੰ ਸੁਧ ਹੁੰਦੀ ਹੈ। ਤੇ ਮਾਂ ਤੋਂ ਬਿਨਾਂ ਕਿਸੇ ਹੋਰ ਦੇ ਗੋਦ 'ਚ ਨਹੀਂ ਜਾਂਦਾ, ਪਿਤਾ ਵੱਲ ਦੌੜ ਦੌੜ ਕੇ ਜਾਂਦਾ ਹੈ। ਇਹ ਫਿਰ ਮਹਾਰਾਜ ਕਹਿੰਦੇ ਮੋਹ ਮਾਂ ਤੇ ਪਿਓ ਦਾ ਜਾਗਦਾ ਹੈ, ਤੇ ਭੱਜ ਭੱਜ ਕੇ ਉਹਨਾਂ ਦੇ ਕੁਛੜ ਚੜ੍ਹਦਾ ਹੈ। ਸੋਝੀ ਆ ਜਾਂਦੀ ਹੈ ਕਿ ਮੇਰੀ ਮਾਂ ਹੈ, ਮੇਰਾ ਪਿਓ ਹੈ। ਤੀਜੈ ਭਈਆ ਭਾਭੇ ਬੇਬ। ਤੇ ਤੀਸਰੀ ਅਵਸਥਾ ਜਿਹੜੀ ਹੈ ਨਾ, ਫਿਰ ਭਰਾ ਦੀ ਪਛਾਣ ਆਉਂਦੀ ਹੈ ਕਿ ਇਹ ਮੇਰਾ ਭਈਆ ਭਰਾ ਹੈ। ਤੇ ਸਾਧ ਸੰਗਤ ਜੀ, ਜਿਹੜੀ ਭਰਾ ਦੀ ਘਰ ਵਾਲੀ ਆ ਉਹਨੂੰ ਭਾਬੀ ਕਿਹਾ ਜਾਂਦਾ ਹੈ। ਸ਼ਹਿਰਾਂ ਵਿੱਚ ਕਈਆਂ ਥਾਵਾਂ ਤੇ ਤਾਂ ਮਾਤਾ ਨੂੰ ਭਾਬੀ ਕਹਿੰਦੇ ਆ, ਪਰ ਇਹ ਸਾਧ ਸੰਗਤ ਜੀ ਜਿਹੜਾ ਹੈ ਨਾ, ਪੰਜਾਬ ਦੇਸ਼ ਦੀ ਧਰਤੀ ਦੀ ਮਹਾਰਾਜ ਬੋਲੀ ਜਿਹੜੀ ਹੈ ਸਤਿਗੁਰੂ ਉਹਦੇ ਅਨੁਸਾਰ ਗਰੀਬ ਨਵਾਜ ਸਿੱਖਿਆ ਦਿੰਦੇ ਆ, ਭਰਾ ਦੀ ਘਰਵਾਲੀ ਨੂੰ ਭਾਬੀ ਕਿਹਾ ਜਾਂਦਾ ਹੈ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹਨੂੰ ਪਤਾ ਲੱਗ ਜਾਂਦਾ ਹੈ, ਸੋਝੀ ਆ ਜਾਂਦੀ ਹੈ। ਤੀਜੇ ਭਈਆ ਭਾਬੀ ਬੇਬ, ਕਿ ਮੇਰਾ ਭਈਆ ਭਰਾ ਹੈ, ਕਿ ਮੇਰੀ ਭਰਾ ਦੀ ਘਰਵਾਲੀ ਭਰਜਾਈ ਭਾਬੀ ਹੈ। ਤੇ ਬੇਬ ਸਾਧ ਸੰਗਤ ਜੀ ਬੇਬੇ ਨੂੰ ਕਹਿੰਦੇ ਆ। ਬੇਬੇ ਵੱਡੀ ਭੈਣ ਨੂੰ ਕਿਹਾ ਜਾਂਦਾ ਸੀ, ਜਿਵੇਂ ਬੇਬੇ ਨਾਨਕੀ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਬੇਬੇ ਜੀ ਕਹਿ ਕੇ ਮਹਾਰਾਜ ਬੁਲਾਇਆ ਕਰਦੇ ਸੀ। ਇਹ ਵੀ ਦੇਸ਼ ਦੀ ਬੋਲੀ ਅੰਦਰ ਰਵਾਇਤ ਹੈ ਕਿ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ ਹੈ। ਹੁਣ ਤਾਂ ਜਿਹੜਾ ਦਾਦੀ ਨੂੰ ਕਈ ਬੇਬੇ ਕਹਿ ਦਿੰਦੇ ਆ, ਤੇ ਕੋਈ ਮਾਂ ਨੂੰ ਵੀ ਬੇਬੇ ਕਹਿ ਦਿੰਦੇ ਆ, ਪਰ ਵੱਡੀ ਭੈਣ ਦਾ ਵਾਚਕ ਹੈ ਇੱਥੇ। ਸਾਧ ਸੰਗਤ ਜੀ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿ ਭਾਈ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੀ ਭਰਜਾਈ ਹੈ, ਇਹ ਮੇਰੀ ਬੇਬੇ ਭਾਵ ਭੈਣ ਹੈ। ਇਹ ਫਿਰ ਸਤਿਗੁਰੂ ਜੀ ਕਹਿੰਦੇ ਤੀਜੀ ਅਵਸਥਾ ਹੈ ਮੋਹ ਦੀ, ਕਿ ਇਹ ਉਹਨੂੰ ਸੋਝੀ ਪੈ ਜਾਂਦੀ ਹੈ। ਚੌਥਾ ਪਿਆਰ ਉਪਨੇ ਖੇਡ। ਚੌਥੀ ਜਿਹੜੀ ਮੋਹ ਦੀ ਅਵਸਥਾ ਮਹਾਰਾਜ ਕਹਿੰਦੇ ਭਾਈ ਜਿਹੜੀ ਹੈ ਨਾ, ਚੌਥਾ ਪਿਆਰ ਉਪੰਨੀ ਖੇਡ। ਤੇ ਇਉਂ ਪਿਆਰ ਪੈਦਾ ਹੋ ਜਾਂਦਾ ਹੈ, ਉਪੰਨੀ ਉਹ ਉਤਪੰਨ ਹੋ ਜਾਂਦਾ ਕਾਹਦੇ ਵਿੱਚ? ਖੇਡਣ ਦੇ ਅੰਦਰ। ਹਰ ਵੇਲੇ ਖੇਡਣ ਨੂੰ ਹੀ ਮਾਂ ਫੜ ਫੜ ਕੇ ਲਿਆਉਂਦੀ ਹੈ, ਰੋਟੀ ਖਾ ਲੈ। ਇਉਂ ਫਿਰ ਜਿਹੜਾ ਹੈ ਨਾ, ਮਾਂ ਦੇ ਆਖੇ ਨਹੀਂ ਲੱਗਦਾ, ਘਰ ਨਹੀਂ ਆਉਂਦਾ, ਬਾਲਕਾਂ ਦੇ ਨਾਲ ਬਾਂਹ ਛੁਡਾ ਛੁਡਾ ਕੇ ਦੌੜ ਜਾਂਦਾ, ਬਾਹਰ ਖੇਡਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਚੌਥੇ ਜਿਹੜੀ ਹੈ ਨਾ ਮੋਹ ਦੀ ਅਵਸਥਾ, ਇਹ ਪਿਆਰ ਲੱਗ ਜਾਂਦਾ ਖੇਡਣ ਮੱਲਣ ਦੇ ਅੰਦਰ ਹੀ। ਸਾਰਾ ਸਾਰਾ ਦਿਨ ਖੇਡ ਖੇਡ ਕੇ ਵੀ ਰੱਜਦਾ ਨਹੀਂ ਹੈ। ਪੰਜਵਾਂ ਖਾਣ ਪੀਣ ਕੇ ਤਾਤ। ਤੇ ਪੰਜਵੀਂ ਸਾਧ ਸੰਗਤ ਜੀ ਕਿਸ਼ੋਰ ਅਵਸਥਾ ਆ ਜਾਂਦੀ ਹੈ। ਫਿਰ ਖਾਣ ਪੀਣ ਕੀ ਧਾਤ, ਖਾਣ ਤੇ ਪੀਣ ਨੂੰ ਧਾਤ ਦੌੜਦਾ ਰਹਿੰਦਾ ਹੈ, ਧਾਉਂਦਾ ਰਹਿੰਦਾ ਹਰ ਵੇਲੇ। ਚੋਰੀ ਉੱਠ ਉੱਠ ਕੇ ਸਾਧ ਸੰਗਤ ਜੀ ਖਾਂਦਾ, ਕਦੀ ਮਲਾਈ ਖਾ ਲਈ, ਕਦੀ ਮੱਖਣ ਖਾ ਲਿਆ, ਫਿਰ ਕੁੱਟ ਪਈ। ਇਉਂ ਇਸ ਪ੍ਰਕਾਰ ਖਾਣ ਨੂੰ ਜਿਹੜਾ ਨਾ ਬਾਹਲਾ ਮਨ ਦੇ ਅੰਦਰ ਲਾਲਚ ਜਿਹੜਾ ਉੱਠਦਾ ਹੈ। ਤੇ ਉਹ ਜਦੋਂ ਖਾਣ ਦਾ ਬਾਹਲਾ ਜ਼ਿਆਦਾ ਲਾਲਚ ਹੁੰਦਾ ਹੈ, ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਅਗਲੀ ਅਵਸਥਾ ਆਉਂਦੀ ਹੈ। ਕਾਮ ਨਾ ਪੁੱਛਾ ਜਾਤ। ਸਾਧ ਸੰਗਤ ਜੀ ਛੇਵੀਂ ਅਵਸਥਾ ਵਿੱਚ ਜਵਾਨੀ ਆ ਜਾਂਦੀ ਹੈ। ਪੰਜਵੀਂ ਅਵਸਥਾ ਤੱਕ ਨਾ ਕਿਸ਼ੋਰ ਅਵਸਥਾ ਰਹਿੰਦੀ ਹੈ। ਜਿਹੜਾ ਖਾਣਾ ਪੀਣਾ ਨਾ, ਜੇ ਇਹਦੇ ਉੱਤੇ ਕੰਟਰੋਲ ਰਹੇ ਨਾ, ਤੇ ਫਿਰ ਸਾਧ ਸੰਗਤ ਜੀ ਵਾਸ਼ਨਾ ਪ੍ਰਬਲ ਹੋ ਕੇ ਜ਼ੋਰ ਘੱਟ ਮਾਰਦੀ ਹੈ। ਕਿਸ਼ੋਰ ਅਵਸਥਾ ਵਿੱਚ ਜੇ ਬੰਦੇਜ ਰੱਖਿਆ ਹੋਵੇ, ਬੰਧਨ ਰੱਖਿਆ ਹੋਵੇ, ਪਰ ਉਹ ਅਵਸਥਾ ਹੀ ਐਸੀ ਹੁੰਦੀ ਹੈ। ਮਹਾਰਾਜ ਕਹਿੰਦੇ ਪੰਜਵੇਂ ਖਾਣ ਪੀਣ ਕੀ ਧਾਤ, ਦੌੜਦਾ ਰਹਿੰਦਾ ਮਨ ਖਾਣ ਪੀਣ ਨੂੰ। ਭਾਵੇਂ ਸਰੀਰ 'ਚ ਕਈ ਪ੍ਰਕਾਰ ਦਾ ਨੁਕਸਾਨ ਹੋ ਜੇ ਤਾਂ ਵੀ ਖਾਣ ਪੀਣ 'ਚ ਹੀ ਰੁਚੀ ਜ਼ਿਆਦੀ ਰੱਖਦਾ ਹੈ। ਜਿਹੜਾ ਸਰੀਰ ਤੋਂ ਲੋੜ ਤੋਂ ਵੱਧ ਖਾਣ ਵਿੱਚ ਮਨ ਜਿਹੜਾ ਉਹ ਲੱਗਾ ਰਹਿੰਦਾ ਹੈ। ਗੁਰੂ ਘਰ ਦੇ ਅੰਦਰ ਸਾਧ ਸੰਗਤ ਜੀ ਜੇ ਇਸ ਪ੍ਰਕਾਰ ਇਹ ਹੈ ਕਿ ਬਚਪਨ ਤੋਂ ਗੁਰੂ ਘਰਾਂ 'ਚ ਰਹਿ ਕੇ ਵੇਖਿਆ, ਗੁਰੂ ਘਰ ਪਦਾਰਥ ਬਹੁਤ ਹੁੰਦੇ ਆ, ਪਰ ਜਦੋਂ ਕਿਸ਼ੋਰ ਅਵਸਥਾ ਹੁੰਦੀ ਨਾ, ਕਮਾਈ ਦਾ ਸਮਾਂ ਹੁੰਦਾ ਹੈ, ਭਜਨ ਕਰਨ ਦਾ, ਸਤਸੰਗਤ ਦਾ ਸਮਾਂ ਹੁੰਦਾ ਹੈ। ਇਸੇ ਕਰਕੇ ਜਿਹੜੇ ਭਲੇ ਪੁਰਖ ਹੈ ਉਹ ਪ੍ਰੇਰਦੇ ਆ ਕਿ ਭਾਈ ਬੱਚਿਓ ਸਤਸੰਗਤ ਕਰੋ, ਬਾਣੀ ਜ਼ਿਆਦਾ ਪੜੋ, ਇਸ ਕਰਕੇ ਕਿ ਹੁਣੇ ਹੀ ਸੰਸਕਾਰ ਚੰਗੇ ਪੈ ਜਾਣ।
ਤੇ ਜੇ ਗੁਰੂ ਘਰ ਦੇ ਅੰਦਰ ਪਦਾਰਥ ਤਾਂ ਖੁੱਲੇ ਹੀ ਹੈ, ਚੰਗਾ ਹੀ ਘਿਓ ਚਰੀ ਗਏ, ਚੰਗੇ ਪਦਾਰਥ ਛਕੀ ਗਏ, ਤੇ ਫਿਰ ਕੀ ਹੁੰਦਾ ਸਾਧ ਸੰਗਤ ਜੀ? ਛੇਵੇਂ ਕਾਮ ਨਾ ਪੁੱਛੈ ਜਾਤ। ਫਿਰ ਕਾਮ ਇਹੋ ਜਿਹਾ, ਵਾਸ਼ਨਾ ਇਹੋ ਜੀ ਪ੍ਰਬਲ ਹੋ ਕਰਕੇ ਜ਼ੋਰ ਮਾਰਦੀ ਹੈ ਕਿ ਫਿਰ ਜਾਤੀ ਤੇ ਕੁਜਾਤੀ ਵੀ ਨਹੀਂ ਵੇਖਦਾ ਕਾਮ ਦੇ ਭੋਗਣ ਲਈ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਤੋ ਇਹ ਜਿਹੜਾ ਖੁਰਾਕ ਜਿਹੜੀ ਹੈ ਨਾ ਗੁਰੂ ਘਰ ਦੇ ਅੰਦਰ ਇਹੋ ਜੀ ਜੇ ਖਾਵੇ ਤੇ ਫਿਰ ਸਾਧ ਸੰਗਤ ਜੀ ਮੱਤ ਜਿਹੜੀ ਹੈ ਨਾ ਉਹ ਮਾਰੀ ਜਾਂਦੀ ਹੈ। ਪ੍ਰਤੱਖ ਰੂਪ 'ਚ ਵੀ ਜਿਹੜਾ ਇਉਂ ਖੁਰਾਕ ਦੇ ਖਾਣ ਵਿੱਚ ਚਿੱਤ ਪਹਿਲਾਂ ਲੱਗਾ ਰਹਿੰਦਾ ਹੈ, ਇਹ ਪੰਜਵੀਂ ਕਿਸ਼ੋਰ ਅਵਸਥਾ ਹੈ। ਤੇ ਫਿਰ ਮਹਾਰਾਜ ਕਹਿੰਦੇ ਭਾਈ ਛੇਵੀਂ ਅਵਸਥਾ ਜਿਹੜੀ ਜਵਾਨੀ ਦੀ ਆਉਂਦੀ ਹੈ ਨਾ, ਤੇ ਛੇਵੇਂ ਕਾਮ ਨਾ ਪੁੱਛੈ ਜਾਤ। ਫਿਰ ਕਾਮ ਵਾਸ਼ਨਾ ਇੰਨਾ ਜ਼ੋਰ ਮਾਰਦੀ, ਜਿਵੇਂ ਭਰਤਰੀ ਦੀ ਮਹਾਰਾਣੀ ਸੀਗੀ ਪਿੰਗਲਾ, ਵੇਖ ਲਓ ਪਟਰਾਣੀ ਹੁੰਦੇ ਆ ਤੇ ਉਹ ਕਿੱਥੇ ਉਹ ਮਹਾਵਤ ਨੀਚ ਜਾਤ ਹਾਥੀ ਚਲਾਉਣ ਵਾਲਾ, ਤੇ ਉਸ ਮਹਾਵਤ ਦੇ ਉੱਤੇ ਮੋਹਤ ਹੋ ਗਈ, ਉਹਦੇ ਨਾਲ ਕੁਕਰਮ ਕਰਦੀ ਸੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਾਮ ਵਾਸ਼ਨਾ ਇਹੋ ਜੀ ਮੱਤ ਨੂੰ ਫਿਰ ਭ੍ਰਸ਼ਟ ਕਰ ਦਿੰਦੀ ਹੈ, ਤੇ ਕਾਮ ਜਿਹੜਾ ਫਿਰ ਜਾਤੀ ਵੀ ਕੁਜਾਤੀ ਵੀ ਨਹੀਂ ਵੇਖਦਾ। ਇਉਂ ਨੀਵੀਆਂ ਜਾਤਾਂ ਵਿੱਚ ਵੀ ਸਾਧ ਸੰਗਤ ਜੀ ਜਾਂ ਹੋਰਨੀਆਂ ਟੇਢੀਆਂ ਜਾਤਾਂ ਨਾਲ ਵੀ ਕਾਮ ਵਾਸ਼ਨਾ ਜਿਹੜੀ ਆ ਉਹ ਭੋਗਦੇ ਆ। ਸਤਵੈ ਸੰਜ ਕੀਆ ਘਰ ਵਾਸ। ਇਹ ਅਵਸਥਾ ਵੇਖ ਕਰਕੇ ਨਾ ਫਿਰ ਜਦੋਂ ਕਾਮ ਵਾਸ਼ਨਾ ਜ਼ਿਆਦੀ ਚੜ੍ਹਦੀ ਹੈ ਕਿ ਛੇਵੇਂ ਕਾਮ ਨਾ ਪੁੱਛਿਆ ਜਾਤ, ਉਦੋਂ ਘਰ ਵਾਲੇ ਫਿਰ ਗ੍ਰਸਤੀ ਕਰ ਦਿੰਦੇ ਆ, ਵਿਆਹ ਕਰ ਦਿੰਦੇ ਆ। ਤੇ ਜਦੋਂ ਵਿਆਹ ਹੋ ਜਾਂਦਾ ਮਹਾਰਾਜ ਕਹਿੰਦੇ ਸਤਵੇਂ ਸੰਜ ਕੀਆ ਘਰ ਵਾਸ, ਘਰ ਵਾਸ ਘਰੇ ਰਹਿਣ ਲੱਗ ਪਿਆ। ਜਦੋਂ ਪਹਿਲਾਂ ਜਵਾਨੀ ਦੀ ਅਵਸਥਾ ਹੁੰਦੀ ਹੈ ਨਾ, ਤੇ ਘਰੇ ਹੀ ਨਹੀਂ 10-10 ਦਿਨ ਮੁੜਦਾ, 20-20 ਦਿਨ ਘਰ ਦੇ ਪੁੱਛਦੇ ਐ ਕਿ ਤੂੰ ਕਿੱਥੇ ਐ, ਕਦੋਂ ਆਏਂਗਾ, ਮੇਰੇ ਨਾਲ ਗੱਲ ਨਾ ਕਰੋ, ਮੈਨੂੰ ਨਾ ਬੁਲਾਓ, ਮੈਨੂੰ ਫਾਲਤੂ ਫੋਨ ਨਾ ਕਰਿਆ ਕਰੋ। ਜਦੋਂ ਗ੍ਰਸਤੀ ਹੋ ਗਿਆ ਤੇ ਸੱਦਣ ਤੋਂ ਬਿਨਾਂ ਹੀ ਸ਼ਾਮੀ ਹਨੇਰਾ ਪੈਣ ਤੋਂ ਪਹਿਲਾਂ ਹੀ ਘਰ ਹੁੰਦਾ, ਰੋਜ਼ ਸਭ ਤੋਂ ਪਹਿਲਾਂ ਹੀ ਘਰ ਪਹੁੰਚਿਆ ਹੁੰਦਾ। ਮਹਾਰਾਜ ਕਹਿੰਦੇ ਘਰ ਵਾਸ ਹੋ ਗਿਆ, ਹੁਣ ਗ੍ਰਸਤੀ ਬਣਾਤਾ। ਮਹਾਰਾਜ ਕਹਿੰਦੇ ਫਿਰ ਇਹੋ ਜੀ ਅਵਸਥਾ ਹੋਈ ਕਿ ਸਤਵੇਂ ਸੰਜ ਕੀਆ, ਸੰਜ ਇਕੱਠਾ ਕਰਨ ਲੱਗ ਪਿਆ ਪਦਾਰਥ। ਫਿਰ ਜੋ ਚੀਜ਼ ਬਾਹਰੋਂ ਮਿਲਦੀ ਹੈ ਉਹ ਇਕੱਠੀ ਕਰਨ ਲੱਗ ਜਾਂਦਾ ਹੈ ਕਿ ਹੁਣ ਬੱਚੇ ਹੋਣਗੇ, ਗ੍ਰਸਤੀ ਹੋ ਗਏ ਆ, ਪਰਿਵਾਰ ਕਿਵੇਂ ਚੱਲੇਗਾ। ਘਰ ਵਾਲੇ ਵੀ ਅੱਡ ਕਰ ਦਿੰਦੇ, ਵੱਖਰਾ ਕਰ ਦਿੰਦੇ ਆ। ਹੁਣ ਖਾ ਪੀ ਆਪਣੀ ਕਮਾ, ਅਸੀਂ ਕੀ ਸਾਰੀ ਉਮਰ ਤੇਰਾ ਬੋਝ ਚੱਕੀ ਜਾਈਏ। ਇਵੇਂ ਜਦੋਂ ਪਤਾ ਲੱਗ ਦਿੰਦਾ ਹੈ ਕਿ ਮਾਂ ਪਿਓ ਵੀ ਹੁਣ ਜਿਹੜਾ ਮੈਨੂੰ ਵੱਖ ਕਰ ਦਿੱਤਾ ਹੈ, ਤੇ ਫਿਰ ਕੀ ਕਰਦਾ, ਘਰ ਵਾਸ ਗ੍ਰਸਤੀ ਹੋ ਜਾਂਦਾ ਹੈ। ਘਰੇ ਰੋਜ਼ ਬੜੇ ਸਮੇਂ ਨਾਲ ਆਉਂਦਾ। ਜਿਹੜੇ ਬੜੇ ਅੜੀਅਲ ਨਹੀਂ ਨਾ ਮੰਨਦੇ, ਉਹਨਾਂ ਨੂੰ ਵੀ ਇਸਤਰੀ ਫਿਰ ਸਾਧ ਸੰਗਤ ਜੀ ਨੰਗਾ ਦਿੰਦੀ ਐਨ ਇੱਕ ਵਾਰੀ ਸੂਈ ਦੇ ਧਾਗੇ ਵਾਂਗ ਜਿੱਦਾਂ ਨੰਗਾਈ ਦਾ ਨਾ। ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ, ਜਿਹੜੀ ਕੇਕਈ ਦਾ ਪ੍ਰਸੰਗ ਜਦੋਂ ਮਹਾਰਾਜ ਲਿਖਦੇ ਆ ਨਾ ਕਿ ਜਿਹੜਾ ਇਸਤਰੀ ਚਲਿੱਤਰ ਜਦੋਂ ਕੀਤਾ ਨਾ ਕੇਕਈ ਨੇ, ਉੱਥੇ ਮਹਾਰਾਜ ਲਿਖਦੇ ਆ ਅਡਿੱਗ ਡਿੱਗੇ, ਜਿਹੜੇ ਕਹਿੰਦੇ ਅਸੀਂ ਕਿਸੇ ਕੋਲੋਂ ਡਿੱਗਦੇ ਨਹੀਂ, ਉਹ ਵੀ ਡੇਗ ਦਿੰਦੀ ਆ ਇਸਤਰੀ। ਫਿਰ ਕਹਿੰਦੇ ਆ ਜਿਹੜੇ ਅਸੀਂ ਸਾਡੇ ਅੱਗੇ ਕੋਈ ਅੜ ਨਹੀਂ ਸਕਦਾ, ਉਹ ਵੀ ਸਿੱਟ ਦਿੱਤੇ ਇਸਤਰੀ ਨੇ ਥੱਲੇ। ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀ ਚੀਜ਼ ਵੀ ਸਾਹਮਣੇ ਆਉਂਦੀ ਹੈ ਉਹਨੂੰ ਸਮਝਣ ਲੱਗ ਪੈਂਦਾ, ਭਾਵ ਇਕੱਠਿਆਂ ਕਰਨ ਲੱਗ ਪੈਂਦਾ। ਇਹ ਮੋਹ ਦੀ 7ਵੀਂ ਅਵਸਥਾ ਹੈ। ਤੋ ਫਿਰ ਸਾਰਾ ਕੁਝ ਘਰ ਨੂੰ ਹੀ ਲਈ ਆਉਂਦਾ ਹੈ, ਖਿੱਚ ਕੇ ਘਰ ਨੂੰ ਹੀ ਇਕੱਠਾ ਕਰੀ ਜਾਂਦਾ ਹੈ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਮੋਹ ਦੀ 7ਵੀਂ ਅਵਸਥਾ ਗ੍ਰਸਤੀ ਹੋ ਗਿਆ, ਘਰ ਵਿੱਚ ਵਸਣ ਲੱਗ ਪਿਆ। 8ਵਾਂ ਕ੍ਰੋਧ ਹੋਆ ਤਨ ਨਾਸ਼। 8ਵੇਂ ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀ ਪ੍ਰੌਢਿਆ ਅਵਸਥਾ ਨਾ, ਉਹ ਬਤੀਤ ਹੋਣ ਤੋਂ ਬਾਅਦ ਕੀ ਹੈ, ਬੁਢੇਪਾ ਸ਼ੁਰੂ ਹੋ ਜਾਂਦਾ ਹੈ। ਤੇ ਫਿਰ ਸਾਧ ਸੰਗਤ ਜੀ ਬੱਚੇ ਜਵਾਨ ਹੋ ਜਾਂਦੇ ਐ, ਉਹਨਾਂ ਨੂੰ ਕਹਿੰਦਾ ਹੈ ਕਿ ਮੇਰੇ ਆਖੇ ਲੱਗੋ। ਜਦੋਂ ਬੱਚੇ ਆਖੇ ਨਹੀਂ ਲੱਗਦੇ ਤੇ ਕ੍ਰੋਧ ਇਹਨੂੰ ਚੜ੍ਹਦਾ ਬਹੁਤ ਜ਼ਿਆਦਾ। ਕ੍ਰੋਧ ਵਿੱਚ ਫਿਰ ਇਹਦਾ ਤਨ ਨਾਸ਼ ਹੁੰਦਾ ਹੈ, ਬੜਾ ਜ਼ਿਆਦਾ ਗੁੱਸਾ ਕਰਦਾ ਹੈ ਕਿ ਮੈਂ ਤੁਹਾਡੇ ਵਾਸਤੇ ਇੰਨੇ ਜਫਰ ਜਾਲੇ ਐ, ਕਮਾਈ ਕੀਤੀ ਹੈ, ਤੁਹਾਨੂੰ ਕਿਹਨ ਪੁੱਛਣਾ ਸੀ, ਮੈਂ ਨਾ ਇਉਂ ਕਰਦਾ ਤੇ ਤੁਸੀਂ ਰੁੱਲ ਜਾਣਾ ਸੀ। ਆਪਣੇ ਬੱਚਿਆਂ ਨੂੰ ਮਿਹਣੇ ਤਮਿਹਣੇ ਦਿੰਦਾ ਰਹਿੰਦਾ ਹੈ। ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਕੇ ਉਹਨਾਂ ਨੂੰ ਕਹਿੰਦਾ ਮੇਰੇ ਅਨੁਸਾਰ ਚੱਲੋ, ਮੈਂ ਘਰ ਦਾ ਮਾਲਕ ਹਾਂ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਭਾਈ 8ਵਾਂ ਕ੍ਰੋਧ ਹੋਵਾ ਤਨ ਨਾਸ਼, ਬਾਹਲਾ ਕ੍ਰੋਧੀ ਹੁੰਦਾ ਫਿਰ, ਕਿਉਂਕਿ ਕ੍ਰੋਧ ਆਉਣ ਦੀ ਅਵਸਥਾ ਹੈ ਸਾਧ ਸੰਗਤ ਜੀ 8ਵੀਂ ਅਵਸਥਾ। ਤੇ ਫਿਰ ਕ੍ਰੋਧ ਜਿਵੇਂ ਜਿਵੇਂ ਵੱਧਦਾ ਹੈ ਤਿਵੇਂ ਬੁਢੇਪਾ ਜਿਹੜਾ ਹੋਰ 10 ਸਾਲ ਕੱਢਣੇ ਹੁੰਦੇ ਪਹਿਲਾਂ ਹੀ ਆ ਜਾਂਦਾ ਫਿਰ, ਕਿਉਂਕਿ ਤਨ ਮਹਾਰਾਜ ਕਹਿੰਦੇ ਭਾਈ ਸਰੀਰ ਨਾਸ਼ ਹੋ ਜਾਂਦਾ ਏ। ਨਾਵੈ ਧੌਲੇ ਉਪੇ ਸਾਹ,
ਨੌਵੀਂ ਅਵਸਥਾ ਫਿਰ ਮਹਾਰਾਜ ਕਹਿੰਦੇ ਭਾਈ ਧੌਲੇ ਆ ਜਾਂਦੇ ਐ, ਭਵਰ ਗਏ ਬਗ ਬੈਠੇ ਆਏ। ਸਾਧ ਸੰਗਤ ਜੀ ਰਹਿਣ ਗਈ ਮਤ ਦਿਨ ਵੀ ਜਾਏ, ਜਵਾਨੀ ਵੀ ਚਲੀ ਗਈ, ਹੁਣ ਵਡੇਪਾ ਵੀ ਲੰਘਣ ਲੱਗ ਪਿਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਨੌਵੇਂ ਧੌਲੇ ਉੱਭੇ ਸਾਹ। ਨੌਵੇਂ ਅਵਸਥਾ ਹੈ ਜਦੋਂ ਧੌਲੇ ਆ ਜਾਂਦੇ ਐ, ਫਿਰ ਸਾਧ ਸੰਗਤ ਜੀ ਸਾਹ ਜਿਹੜੇ ਆ ਨਾ ਉਹ ਬਹੁਤੇ ਜ਼ਿਆਦੇ ਉੱਭੇ ਲੰਬੇ ਲੈਣ ਲੱਗ ਪੈਂਦਾ ਹੈ। 2 ਪੌੜੀਆਂ ਚੜ੍ਹਦੇ ਆ ਕਈ। ਫਿਰ ਇਹ ਅਵਸਥਾ ਜਦੋਂ ਨੌਵੀਂ ਹੁੰਦੀ ਹੈ ਤੇ ਝਾਟੀ ਸਾਹ ਚੜ੍ਹ ਜਾਂਦਾ ਹੈ, ਖਲੋ ਜਾਂਦੇ ਆ, ਫਿਰ ਖਲੋ ਕੇ ਸਾਹ ਲੈ ਕੇ ਅਗਲੀਆਂ 2 ਪੌੜੀਆਂ ਚੜ੍ਹਦੇ ਆ। ਇਸ ਤਰ੍ਹਾਂ 2 ਕਦਮ ਤੁਰਨੇ ਵੀ ਔਖੇ ਹੋ ਜਾਂਦੇ ਆ। ਮਹਾਰਾਜ ਕਹਿੰਦੇ ਫਿਰ ਸਾਹ ਉੱਭਣ ਲੱਗ ਜਾਣਗੇ, ਸਾਹ ਚੜ੍ਹਨ ਲੱਗ ਜਾਂਦਾ ਹੈ। ਇਹੋ ਜੀ ਸਰੀਰ ਦੀ ਅਵਸਥਾ ਹੈ ਨਾਮੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਡੇਪਾ ਆ ਗਿਆ, ਸਾਰੇ ਕੇਸ ਚਿੱਟੇ ਹੋ ਗਏ ਅਤੇ ਸਾਹ ਜਿਹੜੇ ਆ ਉਹ ਲੰਬੇ ਲੰਬੇ ਲੈਣ ਲੱਗ ਪੈਂਦਾ, ਕਈ ਵਾਰੀ ਰੁਕਣ ਵੀ ਲੱਗ ਪੈਂਦਾ, ਸਾਹ ਫਟਕੋਰੇ ਮਾਰਦਾ ਹੈ। ਦਸਵੀਂ ਅਵਸਥਾ ਮਹਾਰਾਜ ਕਹਿੰਦੇ ਭਾਈ ਫਿਰ ਸਰੀਰ ਜਿਹੜਾ ਨਾ ਉਹ ਦੱਦਾ ਤੇ ਅੱਗ ਵਿੱਚ ਮਹਾਰਾਜ ਕਹਿੰਦੇ ਉਹਨੂੰ ਸਾੜ ਦਿੰਦੇ ਆ। ਅੱਗ ਵਿੱਚ ਸਾੜਿਆ ਹੋਇਆ ਕੀ ਫਿਰ ਸੁਆਹ ਹੋ ਜਾਂਦਾ ਹੈ, ਖਾਕ ਦੀ ਮੁੱਠੀ ਮਹਾਰਾਜ ਕਹਿੰਦੇ ਭਾਈ ਬਣ ਜਾਂਦਾ ਹੈ। ਇਹ ਦਸਵੀਂ ਅਵਸਥਾ ਮਹਾਰਾਜ ਕਹਿੰਦੇ ਭਾਈ ਮੋਹ ਦਾ ਮਾਰਿਆ ਹੋਇਆ। ਦਸਵੀਂ ਅਵਸਥਾ ਵੇਖ ਲਓ। ਫਿਰ ਮਹਾਰਾਜ ਕਹਿੰਦੇ ਭਾਈ ਵਿਸ਼ਿਆਂ ਦਾ ਦੱਦਾ ਸਾੜਿਆ ਹੋਇਆ। ਅੰਤ ਨੂੰ ਜਦੋਂ ਪ੍ਰਾਣ ਪੰਖੇਰੂ ਹੁੰਦੇ ਐ, ਫਿਰ ਮਹਾਰਾਜ ਕਹਿੰਦੇ ਭਾਈ ਲਿਆ ਕੇ ਸ਼ਮਸ਼ਾਨ ਭੂਮਿਕਾ ਦੇ ਅੰਦਰ ਲੱਕੜਾਂ ਵਿੱਚ ਉੱਥੇ ਉਹਨੂੰ ਸੰਸਕਾਰ ਦਿੱਤਾ ਜਾਂਦਾ ਹੈ। ਉਹ ਹੀ ਸਰੀਰ ਜਿਹਨੂੰ ਆਪਣਾ ਰੂਪ ਸਮਝਿਆ ਹੈ, ਆਪਣਾ ਆਪ ਸਮਝਿਆ ਹੈ, ਫਿਰ ਸਵਾਹ ਦੀ ਮੁੱਠੀ ਹੋ ਗਿਆ। 10ਵਾਂ ਦੱਦਾ ਹੋਵਾ ਸਵਾਹ, ਇਹ 10ਵੀਂ ਅਵਸਥਾ ਹੈ। ਫਿਰ ਮਹਾਰਾਜ ਕਹਿੰਦੇ ਭਾਈ ਦੱਦਾ ਸਾੜਿਆ ਹੋਇਆ ਸਵਾਹ ਹੋ ਗਿਆ ਅੱਗ ਦਾ। ਗਏ ਸੇ ਗੀਤ ਪੁਕਾਰੇ ਤਾਹ। ਗਏ ਸੇ ਗੀਤ, ਉਹ ਗੀਤ ਚਲੇ ਹੀ ਗਏ। ਜਦੋਂ ਗੀਤ ਗਾਉਂਦੇ ਸੀ, ਘੋੜੀਆਂ ਗਾਉਂਦੇ ਸੀ, ਖੁਸ਼ੀਆਂ ਦੇ ਗੀਤ, ਵੀਰ ਮੇਰਾ ਚੜਿਆ ਘੋੜੀ ਵੇ, ਇਸ ਤਰ੍ਹਾਂ ਦੇ ਗੀਤ ਗਾਉਂਦੇ ਸੀ ਨਾ। ਮਹਾਰਾਜ ਕਹਿੰਦੇ ਉਹ ਬੜਿਆਂ ਦੇ ਵਿਆਹ ਵੇਖੇ, ਬੜੀਆਂ ਉੱਥੇ ਨਾਚ ਟੱਪ ਭੰਗੜੇ ਪਾ। ਗਏ ਸੇ ਗੀਤ, ਹੁਣ ਤਾਂ ਉਹ ਗੀਤ ਖੁਸ਼ੀਆਂ ਵਾਲੇ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਪੜਿਓ ਗਏ ਸੇ ਗੀਤ ਪੁਕਾਰੇ ਤਾਹ। ਹੁਣ ਤਾਂ ਮਹਾਰਾਜ ਕਹਿੰਦਾ ਭਾਈ ਪੁਕਾਰਾਂ ਕਰਦਾ ਹੈ, ਤਾਹਾਂ ਮਾਰਦਾ ਹੈ। ਇਸ ਪ੍ਰਕਾਰ ਦੀ ਬੁਰੀ ਹਾਲਤ, ਕਿਉਂਕਿ ਸਾਰਾ ਕੁਝ ਜਿਹੜਾ ਹੈ ਉਹ ਗਵਾਚ ਗਿਆ, ਸਰੀਰ ਛੁੱਟ ਗਿਆ। ਅੰਤ ਦੇ ਸਮੇਂ ਫਿਰ ਮਹਾਰਾਜ ਕਹਿੰਦੇ ਭਾਈ ਪੁਕਾਰਾਂ ਹੁਣ ਕੌਣ ਸੁਣੇ, ਜਮ ਪਕੜ ਲੈਂਦੇ ਆ। ਫਿਰ ਤਾਹਾਂ ਮਾਰਦਾ, ਬਹੁਤ ਜ਼ਿਆਦਾ ਪਛਤਾਉਂਦਾ ਹੈ। ਇਸੇ ਪ੍ਰਕਾਰ ਹੀ ਗਏ ਸੇ ਗੀਤ ਪੁਕਾਰੇ ਤਾਹ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸੰਗੀਤ ਜਿਹੜੇ ਗਏ ਨਾ ਨਾਲ ਚੱਲਣ ਛੱਡਣ ਵਾਸਤੇ ਸ਼ਮਸ਼ਾਨ ਭੂਮਿਕਾ ਤੱਕ, ਉਹ ਫਿਰ ਸਾਧ ਸੰਗਤ ਜੀ ਬਿਸ਼ਨ ਪਦੇ ਗਾਉਣ ਲੱਗ ਪੈਂਦੇ ਆ। ਕਈਆਂ ਵਿੱਚ ਕੀ ਕਰਦੇ ਆ ਕਿ ਉਹ ਸ਼ਮਸ਼ਾਨ ਭੂਮਿਕਾ ਦੇ ਅੱਗੇ ਅੱਗੇ ਨਾ, ਇੱਥੇ ਵੀ ਇੱਕ ਵਾਰੀ ਵੇਖਿਆ ਸੀਗਾ, ਪਤਾ ਨਹੀਂ ਹੋਰ ਹੀ ਕਿਸੇ ਫਿਰਕੇ ਦੇ ਲੋਕ ਸੀਗੇ, ਉਹਨਾਂ ਘੁੰਗਰੂ ਪਾਏ ਹੋਏ ਤੇ ਨਾਲੇ ਇੱਕ ਤੌੜੀ ਵਿੱਚ ਥੋੜੇ ਜਿਹੇ ਗੋਹੇ ਪਾ ਕੇ ਅੱਗ ਬਾਲੀ ਹੋਈ, ਉਹਨੂੰ ਮੋਢੇ ਤੇ ਚੱਕਿਆ ਹੋਇਆ, ਨਾਲ ਉਹ ਥੋੜਾ ਥੋੜਾ ਨੱਚੇ ਤੇ ਪਿੱਛੇ ਅਰਥੀ ਆ ਰਹੀ ਸੀ, ਉਹ ਮੁਰਦੇ ਨੂੰ ਚੱਕਿਆ ਹੋਇਆ ਸੀਗਾ ਤੇ ਨਾਲੇ ਉਹ ਆਪਣੇ ਮੂੰਹ ਤੋਂ ਕੁਝ ਗੀਤ ਬਿਸ਼ਨ ਪਦੇ ਬੋਲਦਾ ਜਾਂਦਾ ਸੀਗਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਗਏ ਨਾ ਸ਼ਮਸ਼ਾਨ ਭੂਮਿਕਾ ਤੱਕ, ਉੱਥੇ ਤੱਕ ਉਹਨਾਂ ਨੇ ਇਹ ਗੀਤ ਜਿਹੜੇ ਸੀ ਗਾਉਣਾ ਕੀਤੇ ਤੇ ਪੁਕਾਰੀ ਧਾਹ। ਜਿਹੜੇ ਘਰ ਵਾਲੇ ਸੀ, ਰਿਸ਼ਤੇਦਾਰ ਸੀ, ਉਹ ਪੁਕਾਰਾਂ ਕਰਦੇ ਆ, ਧਾਹਾਂ ਮਾਰਦੇ ਆ, ਰੋਂਦੇ ਆ, ਪਿੱਟਦੇ ਆ, ਪਰ ਕਿੱਥੋਂ ਮੋੜ ਸਕਦਾ ਕੋਈ। ਫਿਰ ਸਾਧ ਸੰਗਤ ਜੀ ਮਰੇ ਹੋਏ ਨੂੰ ਕੋਈ ਮੋੜ ਨਹੀਂ ਸਕਦਾ ਹੈ। ਇਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਨਾਲ ਗਏ ਨਾ ਸ਼ਮਸ਼ਾਨ ਭੂਮਿਕਾ ਤੱਕ, ਉੱਥੋਂ ਤੱਕ ਹੀ ਉਹਨਾਂ ਨੇ ਬਿਸ਼ਨ ਪਦੇ ਪੜ੍ਹ ਲਏ, ਗਾ ਲਏ। ਮਹਾਰਾਜ ਜੀ ਨੇ ਤੇ ਆਗਿਆ ਕੀਤੀ ਹੈ ਕਿ ਭਾਈ ਰੋਣਾ ਨਹੀਂ, ਧਾਹਾਂ ਨਹੀਂ ਮਾਰਨੀਆਂ ਚਾਹੀਦੀਆਂ। ਜੇ ਸੇ ਗੀਤ ਸ੍ਰੇਸ਼ਟ ਗੀਤ ਪੜ੍ਹਨੇ ਆ, ਗਾਉਣੇ ਆ ਤੇ ਸ਼ਬਦ ਗਾਇਨ ਕੀਤੇ ਜਾਣ। ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਨਾ, ਇੱਕ ਵਾਰੀ ਕਿਸੇ ਨਗਰ ਵਿੱਚ ਸਾਧ ਸੰਗਤ ਜੀ ਉਹਨਾਂ ਦਾ ਨਾ ਜੀ ਚੜ੍ਹਾਈ ਕਰ ਗਿਆ ਤੇ ਸਿੰਘ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਸੀ ਉਹ ਜਥੇ 'ਚ ਰਹਿੰਦਾ ਸੀ ਉੱਥੇ ਨਾਲ। ਉਹ ਕਹਿੰਦੇ ਚਲੋ ਚੜ੍ਹਾਈ ਕਰ ਗਏ, ਰਾਗੀ ਸਿੰਘ ਨਾਲ ਚਲੋ ਬਈ। ਉਹ ਰਾਗੀ ਸਿੰਘ ਜਦੋਂ ਸ਼ਮਸ਼ਾਨ ਭੂਮਿਕਾ 'ਚ ਉੱਥੇ ਕੀਰਤਨ ਕਰਨ ਲੱਗੇ ਨਾ, ਤੇ ਇੱਕ ਮੂਰਖ ਜਿਹਾ ਕਹਿੰਦਾ ਸਾਡਾ ਮਰ ਗਿਆ, ਤੁਹਾਨੂੰ ਕੀਰਤਨ ਸੁਝਣ ਡਿਆ, ਤੁਸੀਂ ਕੀਰਤਨ ਕਰਨ ਦੇ, ਸਾਡਾ ਜੀ ਚੜ੍ਹਾਈ ਕਰ ਗਿਆ। ਉਹ ਲੋਕ ਇਉਂ ਸੋਚਦੇ ਕਿ ਸ਼ਾਇਦ ਖੁਸ਼ੀ ਤੇ ਹੀ ਕੀਰਤਨ ਕਰੀਦਾ ਹੈ। ਨਹੀਂ ਮਹਾਰਾਜ ਦੋਵੇਂ ਸਮੇਂ ਸਤਿਗੁਰਾਂ ਕਿਹਾ ਕਿ ਭਾਈ ਜਦੋਂ ਚੜ੍ਹਾਈ ਕਰ ਜੇ ਕੋਈ, ਉਦੋਂ ਬਰਾਗਮਈ ਬਾਣੀ ਦੇ ਕੀਰਤਨ ਕਰਨਾ ਚਾਹੀਦਾ, ਤਾਂ ਕਿ ਆਪਣਾ ਵੀ ਅੰਤ ਦਾ ਸਮਾਂ ਜੀਵ ਨੂੰ ਚੇਤੇ ਆਵੇ।
ਇਉਂ ਸੱਚੇ ਪਾਤਸ਼ਾਹ ਜੀ ਆਗਿਆ ਕੀਤੀ ਹੈ। ਮਹਾਰਾਜ ਕਹਿੰਦੇ ਭਾਈ ਜੇ ਸੇ ਗੀਤ ਗਾਏ ਤਾਂ ਉਹ ਉੱਥੇ ਤੱਕ ਹੀ ਗਏ, ਸ਼ਮਸ਼ਾਨ ਭੂਮਿਕਾ ਤੱਕ। ਅੱਗੇ ਜਿਹੜਾ ਜੀਵ ਫਿਰ ਆਪ ਹੀ ਧਾਹਾਂ ਮਾਰਦਾ, ਰੋਂਦਾ ਕਰਲਾਉਂਦਾ, ਪੁਕਾਰਾਂ ਕਰਦਾ, ਮਹਾਰਾਜ ਕਹਿੰਦੇ ਭਾਈ ਤੁਰ ਪੈਂਦਾ। ਜਿਹੜੇ ਨਾਲ ਵੀ ਜਾਣ ਉੱਥੇ ਤੱਕ ਹੀ ਧਾਹਾਂ ਮਾਰਦੇ ਪੁਕਾਰਦੇ ਫਿਰ ਵਾਪਸ ਮੁੜਦੇ ਆ। ਹੰਸ ਦਸਾਏ ਰਾਹ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਇਉਂ ਕਈ ਸਾਧ ਸੰਗਤ ਜੀ ਕੀ ਕਰਦੇ ਆ, ਇਹ ਗੁਰਮਤ ਨਹੀਂ ਹੈ ਪਰ ਜਿਹੜੇ ਲੋਕ ਕਰਦੇ ਆ, ਉਹ ਨਗਰ ਤੋਂ ਜਦੋਂ ਨਿਕਲਦੇ ਨਾ ਬਾਹਰਲੇ ਮੋੜ ਤੇ ਆਉਂਦੇ ਆ, ਉਦੋਂ ਤਿਨਕਾ ਤੋੜਦੇ ਆ। ਇੱਕ ਤਿਨਕਾ ਨਗਰ ਵੱਲ ਨੂੰ ਸਿੱਟਦੇ, ਇੱਕ ਬਾਹਰ ਨੂੰ ਸਿੱਟਦੇ ਆ ਤੇ ਕਹਿੰਦੇ ਆ ਜਤਰ ਆਇਆ ਤਤਰ ਗਛਤੀ, ਜਿੱਧਰੋਂ ਆਇਆ ਹੁਣ ਉਧਰ ਨੂੰ ਚਲੇ ਜਾ, ਤਿਨਕਾ ਤੋੜ ਦਿੱਤਾ, ਤੇਰਾ ਸਾਡੇ ਨਾਲ ਹੁਣ ਕੋਈ ਸੰਬੰਧ ਨਹੀਂ ਰਹਿ ਗਿਆ। ਫਿਰ ਕੀ ਕਰਦੇ ਆ ਕਿ ਕੁੱਜੇ ਵਿੱਚ ਪਾਣੀ ਪਾ ਕੇ ਨਾ ਥੋੜੇ ਜਿਹੇ ਦਾਣੇ ਪਾ ਕਰਕੇ ਤੇ ਉਹ ਵੀ ਚਰਸਤੇ ਵਿੱਚ ਤੋੜਦੇ ਆ। ਉਹਦਾ ਅਰਥ ਭਾਵ ਇਹ ਹੁੰਦਾ ਹੈ ਕਿ ਤੇਰੇ ਵਾਸਤੇ ਹੁਣ ਸਾਡੇ ਕੋਲ ਦਾਣਾ ਪਾਣੀ ਮੁੱਕ ਗਿਆ, ਹੁਣ ਤੂੰ ਇੱਥੋਂ ਚਲੇ ਜਾ। ਤੇ ਕਈ ਕਪਾਲ ਕਿਰਿਆ ਵੀ ਇਉਂ ਕਰਾਉਂਦੇ ਆ, ਵੀ ਨਹੀਂ ਕਰਾਉਣੀ ਚਾਹੀਦੀ, ਗੁਰਮਤ ਤੋਂ ਉਲਟ ਹੈ। ਉਹ ਸਾਧ ਸੰਗਤ ਜੀ ਸਿਰ ਦੀ ਖੋਪੜੀ ਤੋੜਦੇ ਆ, ਇਹਨੂੰ ਕਪਾਲ ਕਿਰਿਆ ਕਹਿੰਦੇ ਆ। ਕਹਿੰਦੇ ਕਿ ਜੀਵ ਆਤਮਾ ਸਰੀਰ ਚੋਂ ਕੱਢਦੇ ਆ, ਉਹ ਤੇ ਉਵੇਂ ਹੀ ਨਿਕਲ ਗਿਆ, ਜੰਮ ਕੱਢ ਲੈਂਦੇ ਆ ਸਵਾਸਾਂ ਰਾਹੀਂ ਪ੍ਰਵੇਸ਼ ਕਰਕੇ, ਤੇ ਕਪਾਲ ਕਿਰਿਆ ਕਰਦੇ ਆ ਮਰਨ ਤੋਂ ਪਹਿਲਾਂ। ਇਸ ਪ੍ਰਕਾਰ ਦੀ ਕਿਰਿਆ ਜਦੋਂ ਮਹਾਰਾਜ ਕਹਿੰਦੇ ਭਾਈ ਵੇਖਦਾ ਨਾ ਕਿ ਸਾਰੇ ਜੀਆਂ ਨੇ ਹੁਣ ਕਹਿਤਾ, ਭਾਂਡੇ ਤੋੜਤੇ, ਤਿਨਕੇ ਤੋੜ ਦਿੱਤੇ, ਕਹਿੰਦੇ ਜਾ ਚਲੇ ਜਾ, ਅੱਜ ਤੋਂ ਹੁਣ ਤੇਰਾ ਸਾਡਾ ਕੋਈ ਸੰਬੰਧ ਨਹੀਂ। ਫਿਰ ਉੱਡਿਆ ਹੰਸ, ਜਿਹੜਾ ਅੰਦਰ ਜੀਵ ਆਤਮਾ ਨਾ ਹੰਸ, ਇਹ ਫਿਰ ਉੱਡ ਪਿਆ ਚੱਲਿਆ ਹੁਣ। ਤੇ ਫਿਰ ਕੀ ਹੁੰਦਾ, ਦਸਾਏ ਰਾਹ। ਜਿਹੜੇ ਸਾਧ ਸੰਗਤ ਜੀ ਜਾਵਾਂ ਨਾ, ਉਹਨਾਂ ਨੂੰ ਫਿਰ ਰਾਹ ਜਿਹੜੇ ਆ ਨਾ ਉਹ ਦਸਾਏ ਪੁੱਛਦਾ ਕਿ ਹੁਣ ਕਿਹੜੇ ਰਾਹ ਚੱਲਣਾ ਹੈ। ਤੇ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਇਸੇ ਪ੍ਰਕਾਰ ਹੀ ਉੱਡਿਆ ਹੰਸ ਦਸਾਏ ਰਾਹ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਜੀਵ ਆਤਮਾ ਉੱਡਿਆ ਨਾ, ਸਰੀਰ ਚੋਂ ਉਡਾਰੀ ਭਰੀ, ਤੇ ਫਿਰ ਰਾਹ ਜਿਹੜੇ ਸੀ ਦਿਸ ਆਏ, ਪਤਾ ਲੱਗਿਆ। ਤੇ ਜਮਾਂ ਨੇ ਕਿਹਾ ਕਿ ਭਾਈ ਚੱਲ ਹੁਣ ਤੈਨੂੰ ਪਾਪ ਕੀਤੇ ਐ, ਤੇ ਨਰਕਾਂ ਦੇ ਰਾਹ ਫਿਰ ਸਾਧ ਸੰਗਤ ਜੀ ਉਹ ਤੋਰ ਲੈਂਦੇ ਐ। ਇਸ ਪ੍ਰਕਾਰ ਦਸਾਏ ਦਾ ਪੁੱਛਣਾ ਵੀ ਹੈ, ਦਸਾਏ ਦਾ ਦੱਸਣਾ ਵੀ ਹੈ, ਤੇ ਦਸਾਏ ਦਾ ਦਿਸਣਾ ਵੀ ਹੈ। ਜਿਹੜਾ ਇਸ ਪ੍ਰਕਾਰ ਉਹ ਦੱਸਦੇ ਆ ਜੰਮ ਵੀ ਆ ਤੈਨੂੰ ਹੁਣ ਤੂੰ ਕਿਹੜੇ ਰਾਹ ਚੱਲਣਾ ਹੈ, ਤੇ ਉਹਨੂੰ ਫਿਰ ਦਿਸ ਵੀ ਪੈਂਦਾ ਹੈ ਹੁਣ ਸਾਹਮਣੇ ਕਿ ਮੈਂ ਫਿਰ ਧਾਹਾਂ ਮਾਰਦਾ ਨਾ, ਉਸ ਵੇਲੇ ਪਛਤਾਉਂਦਾ ਹੈ ਜਦੋਂ ਜਮਾਂ ਦੇ ਵਸ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਫਿਰ ਪੁੱਛਦਾ ਉਹਨਾਂ ਨੂੰ, ਕਿਉਂਕਿ ਘੁੱਪ ਹਨੇਰਾ ਹੁੰਦਾ, ਲੈ ਕੇ ਤੁਰ ਪੈਂਦੇ ਆ ਜੰਮ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਉਂ ਰਾਹ ਜਿਹੜੇ ਆ ਫਿਰ ਦਿਸ ਪੈਂਦੇ ਆ, ਕੀਤੇ ਹੋਏ ਪਾਪ ਕਰਮ ਸਾਹਮਣੇ ਆ ਜਾਂਦੇ ਆ। ਆਇਆ ਗਿਆ ਮੋਇਆ ਨਾਓ। ਸਤਿਗੁਰੂ ਜੀ ਕਹਿੰਦੇ ਭਾਈ ਆਇਆ ਸੀ ਜਨਮ ਲੈ ਕਰਕੇ, ਪਰ ਕੁਝ ਲਾਹਾ ਨਾ ਖੱਟ ਸਕਿਆ, ਤੇ ਆਇਆ ਜਿਹੋ ਜਿਹਾ ਆਇਆ ਸੀ ਉਹੋ ਜਿਹਾ ਖਾਲੀ ਮਹਾਰਾਜ ਕਹਿੰਦੇ ਗਿਆ, ਚਲਿਆ ਗਿਆ। ਤੇ ਮੋਇਆ ਨਾਓ, ਜਿਹੜਾ ਨਾਮ ਧਰਾਇਆ ਹੋਇਆ ਸੀ ਨਾ, ਮੇਰਾ ਨਾਮ ਨਹੀਂ ਸਟੇਜ ਤੇ ਲਿਆ, ਮੈਨੂੰ ਇਉਂ ਨਹੀਂ ਕਿਹਾ। ਮਹਾਰਾਜ ਕਹਿੰਦੇ ਭਾਈ ਕੋਈ 10-50 ਸਾਲ ਬੀਤ ਜਾਣ ਬਾਅਦ ਨਾਮ ਵੀ ਮਰੀ ਜਾਂਦਾ ਹੈ, ਕੋਈ ਨਾਮ ਹੀ ਨਹੀਂ ਲੈਂਦਾ, ਚੇਤਾ ਹੀ ਨਹੀਂ ਕਰਦਾ। ਇਉਂ ਜਿਹੜੇ ਸਾਧ ਸੰਗਤ ਜੀ ਇਸ ਸੰਸਾਰ ਦੇ ਅੰਦਰ ਕਿੰਨੇ ਕੁ ਹੋ ਕੇ ਗੁਜ਼ਰ ਗਏ, ਕਿੰਨਾ ਦਾ ਕੋਈ ਨਾਮ ਲੈਂਦਾ, ਨਾਮ ਮਿਟ ਜਾਂਦਾ ਹੈ। ਨਾਮ ਉਹਨਾਂ ਦਾ ਇਸ ਸੰਸਾਰ ਤੇ ਰਹਿੰਦਾ ਹੈ ਜਿਹੜੇ ਧਰਮ ਲਈ ਕੁਰਬਾਨੀ ਕਰਦੇ ਆ, ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਆ। ਉਹਨਾਂ ਲਈ ਮਹਾਰਾਜ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਨਹੀਂ ਤਾਂ ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਓ, ਆਇਆ ਸੀ ਜਨਮ ਲੈ ਕੇ ਮਰ ਕੇ ਗਿਆ, ਚਲਿਆ ਗਿਆ। ਤੇ ਸਾਧ ਸੰਗਤ ਜੀ ਨਾਮ ਵੀ ਜਿਹੜਾ ਸੀ ਨਾ ਉਹ 10-50 ਸਾਲ ਬਾਅਦ ਮਰ ਜਾਂਦਾ, ਖਤਮ ਹੀ ਹੋ ਜਾਂਦਾ। ਇਸੇ ਪ੍ਰਕਾਰ ਹੀ ਆਇਆ ਗਿਆ ਮੋਇਆ ਨਾਓ। ਮਹਾਰਾਜ ਕਹਿੰਦੇ ਆਇਆ ਸੀ ਜਨਮ ਲੈ ਕੇ ਮਰ ਕੇ ਭਾਈ ਗਿਆ, ਚਲਿਆ ਗਿਆ। ਕੀ ਨਾਂ ਪੈ ਗਿਆ ਹੁਣ, ਮੋਇਆ ਨਾਂ ਪੈ ਗਿਆ। ਕਹਿੰਦੇ ਕੀ ਹੈ, ਮੁਰਦਾ ਹੈ, ਨਾਮ ਥੋੜੇ ਕੋ ਲੈਂਦਾ। ਫਿਰ ਕਹਿੰਦੇ ਕੀ ਹੈ, ਡੈਡ ਬੋਡੀ ਹੈ, ਮੁਰਦਾ ਹੈ। ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਕਹਿੰਦੇ ਆ, ਇਸੇ ਪ੍ਰਕਾਰ ਹੀ ਆਇਆ ਗਿਆ ਮੋਇਆ ਨਾਓ। ਮਹਾਰਾਜ ਕਹਿੰਦੇ ਭਾਈ ਨਾਮ ਵੱਲੋਂ ਮੋਇਆ ਮਰ ਗਿਆ ਨਾ, ਤੇ ਇਸ ਕਰਕੇ ਜਿਹੋ ਜਿਹਾ ਆਇਆ ਸੀ ਉਹੋ ਜਿਹਾ ਖਾਲੀ ਚਲਿਆ ਗਿਆ। ਸਗੋਂ ਮਹਾਰਾਜ ਕਹਿੰਦੇ ਭਾਈ ਮੂਲ ਵੀ ਆਪਣਾ ਜਿਹੜਾ ਸਵਾਸ ਮਿਲੇ ਸੀ ਉਹ ਵੀ ਗਵਾ ਗਿਆ। ਇਹੋ ਜੀ ਬੁਰੀ ਹਾਲਤ ਨਾਮ ਵੱਲੋਂ ਜਦੋਂ ਮਰਿਆ ਰਿਹਾ,
ਤੇ ਗਰੀਬ ਨਵਾਜ ਕਹਿੰਦੇ ਆਇਆ ਸੰਸਾਰ ਵਿੱਚ, ਮਰ ਕੇ ਭਾਈ ਚਲਿਆ ਗਿਆ। ਪਿਛੈ ਪਤਲ ਸਦਹੁ ਕਾਵ। ਪਿੱਛੋਂ ਫਿਰ ਸਾਧ ਸੰਗਤ ਜੀ ਕੀ ਕਰਦੇ ਐ, ਜਦੋਂ ਬਜ਼ੁਰਗ ਚੜ੍ਹਾਈ ਕਰ ਜਾਂਦਾ ਨਾ ਤੇ ਫਿਰ ਜਿਹੜੀਆਂ ਪੱਤਲਾਂ ਹੁੰਦੀਆਂ ਨਾ ਪੱਤਰਾਨੀਆਂ, ਤੇ ਉਹ ਪੱਤਿਆਂ ਦੀਆਂ ਪੱਤਲਾਂ ਦੇ ਉੱਤੇ ਸਾਧ ਸੰਗਤ ਜੀ ਫਿਰ ਕੋਈ ਖੀਰ, ਕੋਈ ਖਿਚੜੀ, ਕੋਈ ਕੜੀ, ਇਉਂ ਸ਼ਰਾਧ ਕਰਨ ਵਾਸਤੇ ਕੋਈ ਜਲੇਬੀਆਂ ਹੈਸੀਅਤ ਮੁਤਾਬਕ ਇਉਂ ਪਾ ਕਰਕੇ ਤੇ ਬ੍ਰਾਹਮਣਾਂ ਨੂੰ ਫਿਰ ਸ਼ਰਾਧ ਜਿਹੜਾ ਨਾ ਉਹ ਕਰਦੇ ਆ ਕਿ ਸਾਡੇ ਪਿੱਤਰ ਦਾ ਇਹ ਭਲਾ ਹੋਵੇ, ਉਹਨੂੰ ਭੋਜਨ ਜਿਹੜਾ ਪਹੁੰਚ ਜਾਵੇ। ਤੇ ਜਿਹੜਾ ਫਿਰ ਸਾਧ ਸੰਗਤ ਜੀ ਉਹ ਬਚ ਜਾਂਦਾ ਤੇ ਉਹ ਪੱਤਲਾਂ ਦੇ ਉੱਤੇ ਪਾ ਕਰਕੇ ਸੱਦਿਓ ਕਾਬ, ਕਾਵਾਂ ਨੂੰ ਵੀ ਸੱਦੇ ਦਿੰਦੇ ਐ ਤੇ ਕਾਂ ਆ ਕਰਕੇ ਫਿਰ ਨਾ, ਕਿਉਂਕਿ ਪੰਛੀਆਂ ਨੂੰ ਪਾਉਣਾ ਵੀ ਉਹ ਭਲਾ ਸਮਝਦੇ ਐ ਤੇ ਕਾਂ ਫਿਰ ਉਹ ਜਿਹੜਾ ਭੋਜਨ ਆ ਕਰਕੇ ਖਾਂਦੇ ਆ ਤੇ ਸਮਝਦੇ ਸਾਡੇ ਪਿੱਤਰਾਂ ਨੂੰ ਜਿਹੜਾ ਹੈ ਇਹ ਪਹੁੰਚਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ, ਪਿੱਤਰ ਵੀ ਬੱਪਰੇ ਕਹੋ ਕਿਉ ਪਾਵੈ, ਕਊਆ ਕੂਕਰ ਖਾਹੀ। ਇਹ ਮਹਾਰਾਜ ਜੀ ਨੇ ਵਾਕ ਕਹੇ ਐ। ਜਦੋਂ ਬਜ਼ੁਰਗ ਜਿਉਂਦਾ ਸੀ ਉਹਨੇ ਜੇ ਪਾਣੀ ਮੰਗਿਆ ਤੇ ਉਹਨੂੰ ਅੱਗੋਂ ਕਹਿੰਦੇ ਤੈਨੂੰ ਦਿੰਨੇ ਆ ਧਾਰ ਚੋ ਕੇ, ਪਾਣੀ ਮੰਗਦਾ ਆਪ ਨਹੀਂ ਪੀਤਾ ਜਾਂਦਾ। ਇਹੋ ਜੀਆਂ ਅੱਗੋਂ ਗੱਲਾਂ ਕਰਦੇ ਆ ਨਾ, ਪਾਣੀ ਫਿੱਕਾ ਪੀਣ ਤੱਕ ਨਹੀਂ ਦਿੰਦੇ, ਦਵਾਈ ਤੱਕ ਨਹੀਂ ਲਿਆ ਕੇ ਦਿੰਦੇ। ਖੰਘਦਾ ਹੋਇਆ ਬਜ਼ੁਰਗ ਉੱਥੇ ਹੀ ਬਾਹਰ ਬਰੂਹਿਆਂ ਵਿੱਚ ਹੀ ਚੜ੍ਹਾਈ ਕਰ ਜਾਂਦਾ ਹੈ। ਜਦੋਂ ਚੜ੍ਹਾਈ ਕਰ ਜਾਂਦਾ ਹੈ ਤੇ ਉਦੋਂ ਫਿਰ ਉਹਦਾ ਬ੍ਰਾਹਮਣਾਂ ਨੂੰ ਸੱਦ ਕੇ ਤੇ ਸ਼ਰਾਧ ਕਰਾਉਂਦੇ ਆ ਕਿ ਮਹਾਰਾਜ ਸਾਡਾ ਬਜ਼ੁਰਗ ਚੜ੍ਹਾਈ ਕਰ ਗਿਆ, ਆ ਪ੍ਰਸ਼ਾਦ ਛਕੋ। ਸਾਲ ਬਾਅਦ ਵੀ ਕਰਾਉਂਦੇ ਆ। ਤੇ ਉਹ ਗ੍ਰੰਥੀਆਂ 'ਚ ਵੀ ਇੱਥੇ ਸਾਧ ਸੰਗਤ ਜੀ ਸਿੱਖ ਧਰਮ ਦੇ ਅੰਦਰ ਸ਼ਰਾਧ ਦੀ ਕੋਈ ਮਰਿਆਦਾ ਹੈ ਨਹੀਂ, ਪਰ ਲਿਆ ਕੇ ਸੱਦ ਕੇ ਤੇ ਉਹ ਕਹਿੰਦੇ ਆ ਜੇ ਬਾਬਾ ਜੀ ਨੂੰ ਛਕਾਓ ਤੇ ਸਾਡੇ ਬਜ਼ੁਰਗਾਂ ਨੂੰ ਪਹੁੰਚ ਜਾਏਗਾ। ਇਸ ਪ੍ਰਕਾਰ ਸੱਦ ਕੇ ਜਿਹੜਾ ਹੈ ਉਹ ਦਿੰਦੇ ਆ। ਮਹਾਰਾਜ ਕਹਿੰਦੇ ਭਾਈ ਜਿਉਂਦੇ ਦੀ ਤਾਂ ਸੇਵਾ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਤੁਹਾਨੂੰ ਕੋਈ ਅਸੀਸ ਦਿੰਦਾ। ਹੁਣ ਮਹਾਰਾਜ ਕਹਿੰਦੇ ਭਾਈ ਮਰਨ ਤੋਂ ਬਾਅਦ ਜਦੋਂ ਉਹ ਕੀ ਉਹਨੂੰ ਮਹਾਰਾਜ ਕਹਿੰਦੇ ਭੋਜਨ ਪਹੁੰਚਣਾ ਹੈ, ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵੇ, ਵਿਚਾਰੇ ਪਿੱਤਰ ਕਿਉਂ ਪਾਉਣਗੇ। ਮਹਾਰਾਜ ਕਹਿੰਦੇ ਕਊਆ ਕੂਕਰ ਖਾਹੀ, ਉਹ ਕਾਂ ਤੇ ਕੁੱਤੇ ਹੀ ਖਾਣਗੇ। ਇਹੋ ਜੀ ਹਾਲਤ ਹੈ। ਇਸੇ ਪ੍ਰਕਾਰ ਹੀ ਪਿਛੈ ਪਤਲ ਸਦਹੁ ਕਾਵ। ਪਿੱਛੋਂ ਮਹਾਰਾਜ ਕਹਿੰਦੇ ਜਦੋਂ ਮੋਹ ਦਾ ਮਾਰਿਆ ਜੀਵ ਇਉਂ ਚੜ੍ਹਾਈ ਕਰ ਜਾਂਦਾ ਹੈ ਨਾ ਤੇ ਫਿਰ ਪੱਤਲਾਂ ਦੇ ਉੱਤੇ ਭੋਜਨ ਪਰੋਸ ਕਰਕੇ ਮਹਾਰਾਜ ਕਹਿੰਦੇ ਕਾਵਾਂ ਨੂੰ ਸੱਦੇ ਦਿੰਦੇ ਐ। ਆ ਕਰਕੇ ਕਾਂ ਜਿਹੜੇ ਉਹ ਖਾ ਜਾਂਦੇ ਐ ਤੇ ਬ੍ਰਾਹਮਣਾਂ ਨੂੰ ਭੋਜਨ ਛਕਾਉਂਦੇ ਐ ਤੇ ਉਹ ਕਹਿੰਦੇ ਜੀ ਤੁਹਾਡੇ ਪਿੱਤਰ ਨੂੰ ਪਹੁੰਚ ਗਿਆ ਹੈ। ਇੱਕ ਵਾਰੀ ਦੀ ਗੱਲ ਹੈ, ਸੋ ਇੱਥੇ ਹੀ ਸਮਾਪਤੀ ਕਰਾਂਗੇ ਕਿਉਂਕਿ ਸ਼ਬਦ ਅੱਜ ਸੰਪੂਰਨ ਨਹੀਂ ਹੋਣਾ, ਸਮਾਂ ਬਹੁਤ ਹੋ ਚੁੱਕਾ ਹੈ, ਪਰ ਇਹ ਸ਼ਬਦ ਇਹ ਜਿਹੜਾ ਹੈ ਇਹ ਸੰਪੂਰਨ ਹੋ ਰਿਹਾ ਹੈ। ਤੋ ਇੱਕ ਬ੍ਰਾਹਮਣ ਸੀਗਾ ਸਾਧ ਸੰਗਤ ਜੀ, ਉਹਨੂੰ ਜਦੋਂ ਉਹਨਾਂ ਦਾ ਬਜ਼ੁਰਗ ਚੜ੍ਹਾਈ ਕਰ ਗਿਆ ਕਹਿੰਦਾ ਪੰਡਤ ਜੀ ਸ਼ਰਾਧ ਕਰਨਾ ਬਾਪੂ ਜੀ ਦਾ ਤੇ ਤੁਸੀਂ ਪ੍ਰਸ਼ਾਦ ਛਕਣ ਆਓਗੇ? ਕਹਿੰਦਾ ਹਾਂ ਕਿਉਂ ਨਹੀਂ ਜਜਮਾਨ ਆਵਾਂਗੇ। ਤੇ ਉਹਨੇ ਕੀਤਾ। ਜਦੋਂ ਸ਼ਰਾਧ ਕਰੀਏ ਫਿਰ ਉਹ ਸਾਰੀ ਕਿਰਿਆ ਵੀ ਦਿੰਦੇ ਹੁੰਦੇ ਨਾ, ਤੇ ਉਹ ਸਾਰੀ ਕਿਰਿਆ ਦਿੱਤੀ, ਪ੍ਰਸ਼ਾਦ ਛਕਿਆ। ਪ੍ਰਸ਼ਾਦ ਛਕ ਕੇ ਨਾ ਬ੍ਰਾਹਮਣ ਨੇ ਆਲੇ ਦੁਆਲੇ ਨਿਗਾਹ ਘੁਮਾਈ ਤੇ ਉਹ ਜ਼ਿਮੀਂਦਾਰ ਦੇ ਘੋੜੀ ਵੱਜੀ ਹੋਈ ਸੀ, ਉਹਦੀ ਅੱਖ ਘੋੜੀ ਤੇ ਗਈ। ਕਹਿੰਦਾ ਇਹ ਘੋੜੀ ਮਿਲ ਜੇ ਤੇ ਚੰਗਾ ਹੈ। ਤੇ ਚਲੇ ਗਿਆ ਬ੍ਰਾਹਮਣ। ਅਗਲੇ ਦਿਨ ਫਿਰ ਆਇਆ, ਕਹਿਣ ਲੱਗਾ ਵੀ ਜਜਮਾਨ ਗੱਲ ਇਹ ਹੈ ਵੀ ਜਿਹੜਾ ਤੁਸੀਂ ਭੋਜਨ ਛਕਾਇਆ ਸੀ ਨਾ ਮੈਨੂੰ, ਉਹ ਸਾਰਾ ਹੀ ਤੁਹਾਡੇ ਬਾਪੂ ਨੂੰ ਪਹੁੰਚ ਗਿਆ। ਉਹ ਮੈਨੂੰ ਰਾਤ ਸੁਪਨੇ 'ਚ ਆਇਆ ਮੇਰੇ, ਕਹਿਣ ਲੱਗਾ ਵੀ ਬੱਲੇ ਬੱਲੇ ਬੜਾ ਸਵਾਦ ਮੇਰੇ ਬੱਚਿਆਂ ਨੇ ਭੋਜਨ ਬਣਾ ਕੇ ਤੈਨੂੰ ਛਕਾਇਆ, ਖੀਰ ਬੜੀ ਸਵਾਦ ਸੀਗੀ। ਪਰ ਗੱਲ ਇਹ ਹੈ ਕਹਿੰਦਾ ਵੀ ਮੈਂ ਬਜ਼ੁਰਗ ਹੋ ਗਿਆ, ਮੇਰੇ ਕੋਲ ਹੁਣ ਤੁਰਿਆ ਨਹੀਂ ਜਾਂਦਾ, ਜੇ ਕਿਤੇ ਮੈਨੂੰ ਘੋੜੀ ਦੇ ਦੇਣਾ ਤੇ ਫਿਰ ਬੜੀ ਚੰਗੀ ਗੱਲ ਹੈ। ਤੇ ਕਹਿਣ ਲੱਗਾ ਉਹ ਜ਼ਿਮੀਂਦਾਰ ਕਿ ਪੰਡਤ ਜੀ ਘੋੜੀ ਹੁਣ ਮੇਰੇ ਬਾਪੂ ਨੂੰ ਕਿਵੇਂ ਪਹੁੰਚੇ? ਕਹਿਣ ਲੱਗਾ ਲੈ ਜਜਮਾਨ ਘੋੜੀ ਮੈਨੂੰ ਦਾਨ ਕਰ ਦੇ ਤੇ ਤੇਰੇ ਬਾਪੂ ਨੂੰ ਪਹੁੰਚ ਜਾਏਗੀ। ਕਹਿੰਦਾ ਹਾਂ ਇਹ ਗੱਲ ਠੀਕ ਹੈ। ਫਿਰ ਤੇ ਉਹ ਭੋਲਾ ਸੀ ਜ਼ਿਮੀਂਦਾਰ, ਉਹਨੇ ਪੰਡਤ ਨੂੰ ਘੋੜੀ ਦਾਨ ਕਰਤੀ। ਜਦੋਂ ਪੰਡਤ ਘੋੜੀ ਲੈ ਗਿਆ, ਥੋੜੇ ਦਿਨ ਬੀਤੇ ਤੇ ਇੱਕ ਗੁਰਸਿੱਖ ਘਰ ਵਿੱਚ ਆਇਆ, ਕਹਿਣ ਲੱਗਾ ਘੋੜੀ ਕਿੱਥੇ? ਕਹਿੰਦਾ ਬੜੀ ਬੁਰੀ ਗੱਲ ਹੋਈ, ਉਹ ਤਾਂ ਪੰਡਤ ਨੂੰ ਦੇਣੀ ਪਈ। ਉਹ ਕਹਿੰਦਾ ਬਾਪੂ ਤੁਹਾਡਾ ਬਜ਼ੁਰਗ ਹੋਇਆ ਪਰ ਲੋਕ 'ਚ ਕਹਿੰਦਾ ਤੁਰਿਆ ਨਹੀਂ ਜਾਂਦਾ, ਤੇ ਘੋੜੀ ਮੈਨੂੰ ਦਾਨ ਕਰੋ, ਮੈਂ ਤੁਹਾਡੇ ਬਾਪੂ ਨੂੰ ਪਹੁੰਚਾ ਦਾਂਗਾ। ਕਹਿੰਦਾ ਮੈਂ ਮੁੜਾ ਦਿਆਂ ਘੋੜੀ? ਕਹਿੰਦਾ ਜੇ ਮੁੜਾ ਦੇ ਤੇ ਚੰਗੀ ਗੱਲ ਹੀ ਹੈ, ਬੜੀ ਤੰਗੀ ਹੈ। ਕਹਿਣ ਲੱਗਾ ਤੂੰ ਐਂ ਕਹਿ ਪੰਡਤ ਨੂੰ ਸੱਦ ਦੁਬਾਰਾ। ਪੰਡਤ ਨੂੰ ਸੱਦ ਲਿਆ ਤੇ ਉਹ ਜਿਹੜਾ ਗੁਰਸਿੱਖ ਸੀ ਕਹਿਣ ਲੱਗਾ ਪੰਡਤ ਜੀ ਗੱਲ ਇਹ ਹੈ ਕਿ ਰਾਤ ਮੈਨੂੰ ਸੁਪਨਾ ਆਇਆ, ਇਹਨਾਂ ਦਾ ਬਾਪੂ ਮੇਰੇ ਸੁਪਨੇ 'ਚ ਆਇਆ ਤੇ ਉਹ ਨਾ ਘੋੜੀ ਤੇ ਚੜਨ ਲੱਗਿਆ ਤੇ ਉਹ ਡਿੱਗ ਕੇ ਲੱਤ ਟੁੱਟ ਗਈ ਉਹਦੀ, ਤੇ ਬੜਾ ਦੁਖੀ ਆਇਆ ਤੇ ਉਹਨੂੰ ਲੱਤ ਪਹੁੰਚਾਉਣੀ ਆ। ਹੁਣ ਕਹਿੰਦਾ ਮੈਨੂੰ ਲੱਤ ਪਹੁੰਚਾਓ।
ਪੰਡਤ ਕਹਿੰਦਾ ਲੱਤ ਕਿਵੇਂ ਪਚਾਈ ਜਾ ਸਕਦੀ ਹੈ? ਕਹਿੰਦਾ ਪੰਡਤ ਜੀ ਤੁਹਾਡੀ ਇੱਕ ਲੱਤ ਵੱਢਾਂਗੇ ਤੇ ਇਹਦੇ ਬਾਪੂ ਨੂੰ ਪਹੁੰਚ ਜਾਏਗੀ। ਪੰਡਤ ਡਰ ਗਿਆ, ਕਹਿੰਦਾ ਨਾ ਮਹਾਰਾਜ ਲੱਤ ਤੇ ਨਹੀਂ ਮੈਥੋਂ ਵਢਾਈ ਜਾਂਦੀ। ਤੇ ਉਸ ਸਮੇਂ ਫਿਰ ਕਹਿੰਦਾ ਘੋੜੀ ਵਾਪਸ ਕਰ। ਪੰਡਤ ਨੇ ਲਿਆ ਕੇ ਘੋੜੀ ਦੇ ਦਿੱਤੀ, ਕਹਿਣ ਲੱਗਾ ਮਹਾਰਾਜ ਘੋੜੀ ਲੈ ਲਓ, ਲੱਤ ਨਹੀਂ ਵਢਾਈ ਜਾਂਦੀ। ਇਹ ਸਾਧ ਸੰਗਤ ਜੀ ਪਖੰਡ ਕਰਦੇ ਆ। ਜਿਹੜੇ ਇਹ ਪਖੰਡ ਹੈ ਇਹਨਾਂ ਤੋਂ ਸਤਿਗੁਰਾਂ ਨੇ ਸਾਨੂੰ ਮਨਾ ਕੀਤਾ ਹੋਇਆ ਹੈ। ਪ੍ਰਾਣੀ ਦੇ ਨਿਮਿਤ ਉਸ ਤਰ੍ਹਾਂ ਜਿਹੜਾ ਦਾਨ ਪੁੰਨ ਕਰਨਾ, ਮੈਂ ਇਹ ਮਹਾਰਾਜ ਆਗਿਆ ਜ਼ਰੂਰ ਕੀਤੀ ਹੈ ਕਿ ਭਾਈ ਉਹਦੇ ਨਿਮਿਤ ਦਾਨ ਕਰਨਾ ਚਾਹੀਦਾ ਹੈ, ਪੁੰਨ ਕਰਨਾ ਚਾਹੀਦਾ ਹੈ। ਇਹ ਕਿਰਿਆ ਤਾਂ ਚੰਗੀ ਹੈ, ਪਰ ਇਹ ਸਮਝ ਕੇ ਕਿ ਹੁਣ ਭੋਜਨ ਸਾਡੇ ਬਜ਼ੁਰਗ ਨੂੰ ਪਹੁੰਚੂਗਾ, ਹੁਣ ਜਿਹੜੀ ਪੁਸ਼ਾਕ ਦੇਵਾਂਗੇ ਇਹ ਸਾਡੇ ਬਜ਼ੁਰਗ ਨੂੰ ਪਹੁੰਚ ਜੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਖੰਡ ਹੈ ਸਾਰਾ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਉਂਦੇ ਜੀ ਤੇ ਸੇਵਾ ਨਹੀਂ ਕੀਤੀ ਤੇ ਪਿੱਛੋਂ ਫਿਰ ਜਿਹੜੀਆਂ ਹਨ ਉਹ ਪੰਗਤਾਂ ਲਵਾ ਕੇ ਪੱਤਲਾਂ ਪਰੋਸਦੇ ਐ ਤੇ ਕਾਵਾਂ ਨੂੰ ਵੀ ਸੱਦੇ ਦਿੰਦੇ ਕਿ ਆਓ ਸਾਡੇ ਪਿੱਤਰਾਂ ਵਾਸਤੇ ਤੁਸੀਂ ਵੀ ਖਾ ਲਵੋ। ਪਿੱਛੋਂ ਪੱਤਲ ਸੱਦੇ ਹੋ ਕਾਵ ਸੱਦੇ ਦਿੰਦੇ ਆ, ਕਾਵਾਂ ਤੱਕ ਨੂੰ ਪੱਤਲਾਂ ਪਰੋਸਦੇ ਆ। ਨਾਨਕ ਮਨਮੁਖ ਅੰਧ ਪਿਆਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਮਨਮੁਖ ਮੋਹ ਦੇ ਵਿੱਚ ਲੱਗੇ ਹੋਏ ਅਗਿਆਨਤਾਈ ਵਿੱਚ ਮਹਾਰਾਜ ਕਹਿੰਦੇ ਭਾਈ ਅੰਧੇ ਕਰ ਦੇਣ ਵਾਲੇ ਜਿਹੜੇ ਵਿਸ਼ੇ ਐ ਉਹਨਾਂ ਵਿੱਚ ਹੀ ਪਿਆਰ ਕਰਦੇ ਆ। ਬਾਝ ਗੁਰੂ ਡੁੱਬਾ ਸੰਸਾਰ। ਤੇ ਗੁਰੂ ਤੋਂ ਬਿਨਾ ਮਹਾਰਾਜ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਨਾ ਉਹ ਡੁੱਬ ਰਿਹਾ ਹੈ। ਐਸੀ ਹਾਲਤ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਖਾਈ ਹੈ। ਜਿਵੇਂ ਸਾਧ ਸੰਗਤ ਜੀ ਅੱਗੇ ਮਹੱਲਾ ਪਹਿਲਾ ਮਹਾਰਾਜ ਫਿਰ ਜਿਹੜੀਆਂ ਇਹ ਜ਼ਿੰਦਗੀ ਦੀਆਂ ਉਮਰ ਦੀਆਂ ਜਿਹੜੀਆਂ 10 ਅਵਸਥਾ ਮਹਾਰਾਜ ਇਹ ਦਿਖਾਉਣਗੇ। ਸੱਚੇ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰਨਗੇ ਕੱਲ ਨੂੰ ਸਰਵਣ ਕਰਾਂਗੇ। ਉਸ ਤਰ੍ਹਾਂ ਅੱਜ ਵਾਰ ਦੀ ਆਰੰਭਤਾ ਹੋਈ ਹੈ, ਤਾਂ ਕਰਕੇ ਤੇ ਮਹਾਰਾਜ ਕਿਰਪਾ ਕਰਨ ਸ਼ਬਦ ਆਪਾਂ ਸੰਪੂਰਨ ਕਰਿਆ ਕਰਾਂਗੇ। ਸਤਿਗੁਰੂ ਰਹਿਮਤ ਕਰਨ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਇਆ ਗਿਆ ਮੋਇਆ ਨਾਉ ਵਿਛੈ ਪਤਲ ਸਦਿਹੁ ਕਾਵ। ਨਾਨਕ ਮਨਮੁਖ ਅੰਧ ਪਿਆਰ ਬਾਝ ਗੁਰੂ ਡੁੱਬਾ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सरब मैं दुख भंजन। हे संगी हे निरंकार हे निर्गुण सब। हे गोबिंद हे गुण निदान जाकै सदा। हे अपरंपर हर हरे हर पी होवन। हे संत कै सदा संग निधारा आधार। हे ठाकुर हूँ दास रो मैं निर्गुण गुण नहीं। नानक दीजै नाम दान राखो हिया परोय। आए प्रभ शरणागति कृपा निध। एक अखर हर मन बस्त नानक होत निहाल। वाहिगुरु नाम जहाज है चढ़े सो उतरे। जो श्रद्धा कर सेवंदे गुर पार तारन हार। कथा निता प्रत होत है सुनो सो सिंह सुजान। नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण।